ਹੈਲੋ ਸਟੂਡੈਂਟਸ, ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਅਮਿਤਾ, ਲੈਕਚਰਰ ਬਾਇਓਲੋਜੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਰਾਜਪੁਰਾ, ਡਿਸਟ੍ਰਿਕਟ ਪਟਿਆਲਾ। ਸਟੂਡੈਂਟਸ, ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ, ਦੈਟ ਇਜ਼ ਹਿਊਮਨ ਜੀਨੋਮ ਪ੍ਰੋਜੈਕਟ। As the name indicates human, it is obvious it is related to human beings. Genome means the whole DNA including its all genes, and project data collected on the basis of some research or some experiments. Let's start this topic human genome project with the help of this example. Okay, students, ਤੁਸੀਂ ਸਕਰੀਨ ਦੇ ਉੱਪਰ 4 ਇੰਡੀਵਿਜੂਅਲਸ ਦੇਖ ਰਹੇ ਹੋ। 2 of them are siblings and 2 of them are their cousin brother sisters, ਔਰ ਚਾਰੋਂ ਹੀ ਦੇਖਣ ਦੇ ਵਿੱਚ ਉਹਨਾਂ ਦੀ ਲੁੱਕ ਹੈ ਜਿਹੜੀ ਉਹ ਡਿਫਰੈਂਟ ਹੈ। Although they are siblings, although they are related cousins, but why they are looking different? They are looking different due to their different genetic makeup. I am not talking about the makeup that we use to beautify ourselves. I am talking about the genetic makeup. Genetic makeup means their DNA is different. You can see, ਚਾਰਾਂ ਦਾ DNA ਹੈ ਜਿਹੜਾ different ਹੈ। ਬਟ ਨਾਓ ਇਹ ਕੁਐਸਚਨ ਮਾਈਟ ਕਮਸ ਇਨ ਯੂਰ ਮਾਈਂਡ ਕਿ ਮੈਮ DNA ਕਿਵੇਂ ਡਿਫਰੈਂਟ ਹੋ ਸਕਦਾ ਹੈ। ਵੀ ਨੋ ਦੈਟ DNA ਇਜ਼ ਮੇਡ ਅਪ ਆਫ 4 ਨਾਈਟ੍ਰੋਜਨ ਬੇਸਿਸ, ਐਡੇਨੀਨ, ਥਾਇਮੀਨ, ਗੁਆਨੀਨ ਐਂਡ ਸਾਈਟਿਨ। ਹਰ ਇੱਕ ਦੇ DNA ਦੇ ਵਿੱਚ 4 ਹੀ ਨਾਈਟ੍ਰੋਜਨ ਬੇਸਿਸ ਹੋਣਗੇ, ਬਟ ਸਟਿਲ every organism is different from other. Why? Because the sequence of these nitrogen bases is different in each organism. For example, the DNA of this person, it has the sequence of nitrogen bases adenine, thionine and guanine. The sequence of this individual has thymine, cytosine, guanine. So ਚਾਰਾਂ ਦੀ ਜਿਹੜੀ ਨਾਈਟ੍ਰੋਜਨ ਬੇਸਿਸ ਦੀ ਨਿਊਕਲੀਓਟਾਈਡਸ ਦੀ ਸੀਕੁਐਂਸ ਹੈ ਉਹ ਡਿਫਰੈਂਟ ਹੋ ਸਕਦੀ ਹੈ। ਐਕਚੁਅਲੀ ਇਟ ਇਜ਼ ਡਿਫਰੈਂਟ। ਇਹਦੇ ਕਰਕੇ ਕੋਈ ਵੀ ਦੋ ਇੰਡੀਵਿਜੂਅਲਸ ਆਪਸ ਦੇ ਵਿੱਚ ਇੱਕੋ ਜਿਹੇ ਨਹੀਂ ਹੁੰਦੇ, ਐਕਸੈਪਟ ਆਈਡੈਂਟੀਕਲ ਟਵਿਨਸ, ਮੋਨੋਜ਼ਾਈਗੋਟਿਕ ਟਵਿਨਸ। ਕਲੀਅਰ? ਸੋ ਇਹੀ ਆਈਡੀਆ ਉਸ ਟਾਈਮ ਸਾਇੰਟਿਸਟ ਦੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ DNA ਦੀ ਜਿਹੜੀ ਨਿਊਕਲੀਓਟਾਈਡ ਦੀ ਸੀਕੁਐਂਸ ਹੈ ਉਸ ਨੂੰ ਜਾਣ ਲਿਆ ਜਾਵੇ, ਉਹ ਕਿਸ ਪੈਟਰਨ ਦੇ ਉੱਤੇ DNA ਦੇ ਵਿੱਚ ਹੈ ਉਸ ਦਾ ਪਤਾ ਲਗਾਇਆ ਜਾਵੇ, ਤਾਂ ਕਿ ਇਸ ਦੇ ਨਾਲ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਸ ਟਾਈਮ ਚੱਲ ਰਹੀਆਂ ਸੀ ਅਰਾਊਂਡ 1980s ਦੇ ਕਰੀਬ, ਉਹ ਦੂਰ ਹੋ ਸਕਦੀਆਂ ਸੀ। ਤੁਹਾਨੂੰ ਪਤਾ ਬੇਟੇ, ਸਾਇੰਟਿਸਟ ਦਾ ਮਾਈਂਡ ਹਮੇਸ਼ਾ ਕਿਊਰੀਅਸ ਹੁੰਦਾ ਹੈ। ਦੇ ਆਲਵੇਜ਼ ਵਾਂਟਿਡ ਟੂ ਨੋ ਮੋਰ, ਉਹ ਐਕਸਪਲੋਰ ਕਰਨਾ ਚਾਹੁੰਦੇ ਨੇ। ਸੋ ਇਸ ਕਰਕੇ ਉਹਨਾਂ ਨੇ ਡਿਸਾਈਡ ਕੀਤਾ ਸਾਇੰਟਿਸਟ ਨੇ ਕਿ DNA ਦੀ ਸੀਕੁਐਂਸ ਦਾ ਹੀ ਪਤਾ ਲਗਾਇਆ ਜਾਏ, ਕਿਉਂ DNA ਹੈ ਜਿਹੜਾ ਹਰ ਇੱਕ ਇੰਡੀਵਿਜੂਅਲ ਦਾ ਡਿਫਰੈਂਟ ਹੈ। ਠੀਕ ਹੈ? ਸੋ ਦਿਸ ਇਜ਼ ਦਾ ਹਿਊਮਨ ਜੀਨੋਮ ਪ੍ਰੋਜੈਕਟ। ਇਸ ਨੂੰ ਹੀ ਨਾਮ ਦਿੱਤਾ ਗਿਆ ਕਿ ਹਿਊਮਨ ਦੇ ਜੀਨੋਮ ਨੂੰ ਜਾਣਿਆ ਜਾਵੇ। ਇੱਕ ਪ੍ਰੋਜੈਕਟ ਸਟਾਰਟ ਕੀਤਾ ਗਿਆ ਔਰ ਇਹ ਇੱਕ ਸਾਇੰਟਿਫਿਕ ਪ੍ਰੋਜੈਕਟ ਹੈ। ਇਟ ਇਜ਼ ਅ ਸਾਇੰਟਿਫਿਕ ਪ੍ਰੋਜੈਕਟ which deals with the study of base sequence of DNA, complete set of chromosomes. ਸੋ ਪੂਰੇ ਦੇ ਪੂਰੇ ਜਿਹੜਾ DNA ਹੈ ਸੈੱਲ ਦੇ ਵਿੱਚ, ਉਹਦੀ ਬੇਸ ਸੀਕੁਐਂਸ ਨੂੰ ਜਾਣਨ ਦਾ ਜਿਹੜਾ ਪ੍ਰੋਜੈਕਟ ਸੀ ਉਹ ਸਟਾਰਟ ਕੀਤਾ ਗਿਆ। ਉਸ ਨੂੰ ਨਾਮ ਦਿੱਤਾ ਗਿਆ ਹਿਊਮਨ ਜੀਨੋਮ ਪ੍ਰੋਜੈਕਟ। ਔਰ ਇਹ ਪ੍ਰੋਜੈਕਟ ਬੇਟੇ 1990 ਦੇ ਵਿੱਚ US ਡਿਪਾਰਟਮੈਂਟ ਆਫ ਐਨਰਜੀ ਐਂਡ ਨੈਚੁਰਲ ਹੈਲਥ ਸਰਵਿਸਿਜ਼ ਦੇ ਸਾਂਝੇਦਾਰੀ ਦੇ ਨਾਲ ਸਟਾਰਟ ਕੀਤਾ ਗਿਆ। ਉਸ ਤੋਂ ਬਾਅਦ ਵੈਲਕਮ ਟਰਸਟ, UK ਦੀ ਇੱਕ ਟਰਸਟ ਹੈ ਵੈਲਕਮ ਟਰਸਟ, ਉਹ ਇਹਦੀ ਇੱਕ ਮੇਜਰ ਪਾਰਟਨਰ ਬਣੀ, ਕਿਉਂਕਿ ਪ੍ਰੋਜੈਕਟ ਬਹੁਤ ਅੱਛਾ ਸੀਗਾ। ਇਹਦੇ ਨਾਲ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਹੈਲਥ ਪ੍ਰੋਬਲਮਸ ਆ ਰਹੀਆਂ ਸੀਗੀਆਂ, ਜੈਨੇਟਿਕ ਡਿਜ਼ੀਜ਼ ਜਿਹੜੇ ਹੋ ਰਹੇ ਸੀਗੇ, ਉਹ ਸਾਰੇ ਦੇ ਸਾਰੇ ਉਹਨਾਂ ਬਾਰੇ ਜਾਣਕਾਰੀ, ਉਹਨਾਂ ਦੀ ਟ੍ਰੀਟਮੈਂਟ ਪਤਾ ਲੱਗ ਸਕਦੀ ਸੀ। ਸੋ ਬੜੀਆਂ ਵੱਡੀਆਂ ਕੰਟਰੀਜ਼, ਜਾਪਾਨ, ਚਾਈਨਾ, ਜਰਮਨੀ, ਫਰਾਂਸ, ਉਹਨਾਂ ਨੇ ਵੀ ਆਪਣੀ ਸਾਂਝੇਦਾਰੀ ਪਾਈ ਕਿ ਅਸੀਂ ਵੀ ਇਸ ਪ੍ਰੋਜੈਕਟ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਹਾਂ, ਔਰ ਉਹ ਹੋਏ। ਜੌਨ ਕ੍ਰੈਗ ਵੈਂਟਰ ਵਾਜ਼ ਦਾ ਫਰਸਟ ਸਾਇੰਟਿਸਟ ਟੂ ਸਟਾਰਟ ਔਨ ਦਿਸ ਪ੍ਰੋਜੈਕਟ। ਜੌਨ ਕ੍ਰੈਗ ਵੈਂਟਰ ਪਹਿਲੇ ਸਾਇੰਟਿਸਟ ਸੀ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਸਟਾਰਟ ਕੀਤਾ। HGP ਵਾਜ਼ ਲਾਂਚਡ
ਬੇਟੇ ਅਸੀਂ ਇਹਨੂੰ HGP ਸ਼ਾਰਟ ਫਾਰਮ ਦੇ ਵਿੱਚ HGP ਹੀ ਕਹਾਂਗੇ। ਐਗਜ਼ਾਮ ਦੇ ਵਿੱਚ ਵੀ ਤੁਹਾਨੂੰ HGP ਦੇ ਨਾਲ ਹੀ ਕੁਐਸਚਨ ਪੁੱਛਿਆ ਜਾ ਸਕਦਾ ਹੈ, ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ। ਹਿਊਮਨ ਜੀਨੋਮ ਪ੍ਰੋਜੈਕਟ ਦੀ ਸ਼ਾਰਟ ਫਾਰਮ ਕੀ ਹੈ? HGP। HGP ਵਾਸ ਲਾਂਚਡ ਇਨ October 1, 1990। ਤੁਸੀਂ ਡੇਟ ਚਾਹੇ ਯਾਦ ਨਾ ਰੱਖਿਓ, ਬਟ ਈਅਰ ਹੈ ਜਿਹੜਾ ਤੁਸੀਂ ਉਹ ਜ਼ਰੂਰ ਯਾਦ ਰੱਖਣਾ ਹੈ। ਐਂਡ ਇਟ ਕੰਪਲੀਟਡ ਇਨ 2003। ਸੋ 13 ਸਾਲ ਇਸ ਪ੍ਰੋਜੈਕਟ ਨੂੰ ਲੱਗ ਗਏ ਕੰਪਲੀਟ ਹੁੰਦੇ ਹੁੰਦੇ। ਪੂਰਾ ਦਾ ਪੂਰਾ ਜਿਹੜਾ DNA ਸੀਗਾ, ਜੀਨੋਮ ਹੈ ਹਿਊਮਨ ਦਾ, ਉਸ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ, ਉਹਦੇ ਵਿੱਚ ਬੇਸ ਸੀਕੁਐਂਸਿਸ ਦਾ ਪੈਟਰਨ ਕੀ ਹੈ ਉਹਦੇ ਬਾਰੇ ਜਾਣਕਾਰੀ ਲਈ। ਔਰ ਇਨ 13 ਈਅਰਸ ਦੇ ਵਿੱਚ ਸਾਇੰਟਿਸਟ ਨੇ ਕਿਹੜੇ ਕਿਹੜੇ ਮੈਥਡਸ ਯੂਜ਼ ਕੀਤੇ, ਕੀ ਉਹਨਾਂ ਨੇ ਗੋਲਸ ਬਣਾਏ, ਕੀ ਉਹਨਾਂ ਦੀਆਂ ਅਚੀਵਮੈਂਟਸ ਹੋਈਆਂ, ਕੀ ਉਹਨਾਂ ਨੇ ਬਾਅਦ ਦੇ ਵਿੱਚ ਸੇਲੀਐਂਟ ਫੀਚਰਸ ਦਿੱਤੇ, ਔਰ ਉਸ ਤੋਂ ਬਾਅਦ ਕਿਹੜੀਆਂ ਐਪਲੀਕੇਸ਼ਨਸ ਜਾਂ ਐਡਵਾਂਟੇਜਸ ਸਾਹਮਣੇ ਆਈਆਂ ਹਿਊਮਨ ਜੀਨੋਮ ਪ੍ਰੋਜੈਕਟ ਦੀਆਂ। ਆਓ ਅਸੀਂ ਉਸ ਨੂੰ 1 ਬਾਏ 1 ਡਿਸਕਸ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਮੈਥਡੋਲੋਜੀ, ਕਿ ਸਾਇੰਟਿਸਟ ਨੇ ਕਿਹੜਾ ਮੈਥਡ ਸਟਾਰਟ ਕੀਤਾ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਹਿਊਮਨ ਜੀਨੋਮ ਪ੍ਰੋਜੈਕਟ, DNA ਦੀ ਸੀਕੁਐਂਸ ਕਰਨੀ ਸਟਾਰਟ ਕੀਤੀ। ਤਾਂ ਉਹਨਾਂ ਨੇ ਦੋ ਮੈਥਡਸ ਨੇ ਜਿਹੜੇ ਉਹ ਅਪਣਾਏ। ਫਰਸਟ ਐਕਸਪ੍ਰੈਸਡ ਸੀਕੁਐਂਸ ਟੈਗਸ ਐਂਡ ਸੈਕੰਡ ਸੀਕੁਐਂਸ ਐਨੋਟੇਸ਼ਨਸ। ਆਓ ਅਸੀਂ ਦੇਖਦੇ ਹਾਂ ਦੋਨੋਂ ਕੀ ਨੇ ਮੈਥਡਸ। ਐਕਸਪ੍ਰੈਸ ਸੀਕੁਐਂਸ ਟੈਗਸ, ਇਸ ਦਾ ਕੀ ਮਤਲਬ ਹੈ ਕਿ ਸਾਇੰਟਿਸਟ ਨੇ ਜੀਨੋਮ ਦੇ ਵਿੱਚ ਆਲਰੇਡੀ ਜਿਹੜਾ ਪਤਾ ਸੀਗਾ ਕਿ ਜਿਹੜੇ ਜੀਨਸ ਐਕਸਪ੍ਰੈਸ ਕਰ ਸਕਦੇ ਨੇ, ਜਿਹੜੇ ਜੀਨਸ ਟ੍ਰਾਂਸਕ੍ਰਾਈਬ ਕਰ ਸਕਦੇ ਨੇ, ਉਹਨਾਂ ਨੂੰ ਸੈਪਰੇਟ ਹੈ ਜਿਹੜਾ ਲੋਕੇਟ ਕੀਤਾ। ਸਪੋਜ਼ ਦਿਸ ਇਜ਼ ਦਾ DNA, ਠੀਕ ਹੈ। ਔਰ ਅਗਰ ਅਸੀਂ ਕਹੀਏ ਕਿ ਇਹਦੇ ਵਿੱਚੋਂ ਸਿਰਫ ਇੰਨਾ ਪੋਰਸ਼ਨ ਹੈ ਜਿਹੜਾ ਇਟ ਕੈਨ ਐਕਸਪ੍ਰੈਸ ਇਟਸੈਲਫ ਇਨਟੂ mRNA। ਸਭ ਤੋਂ ਪਹਿਲਾਂ ਤਾਂ ਇਹਨੂੰ ਲੋਕੇਟ ਕੀਤਾ ਗਿਆ। ਇਸ ਨੂੰ ਕੀ ਕਹਿੰਦੇ ਆ? ਐਕਸਪ੍ਰੈਸਡ ਸੀਕੁਐਂਸ ਟੈਗਸ। ਉਹਨਾਂ ਨੂੰ ਟੈਗ ਕੀਤਾ ਗਿਆ ਕਿ ਇਹ ਵਾਲਾ ਪੋਰਸ਼ਨ DNA ਦਾ ਹੈ ਜਿਹੜਾ ਐਕਸਪ੍ਰੈਸ ਕਰ ਸਕਦਾ ਇਨਟੂ mRNA। ਉਸ ਤੋਂ ਬਾਅਦ ਸੈਕੰਡ ਮੈਥਡ ਕਿਹੜਾ ਉਹਨਾਂ ਨੇ ਯੂਜ਼ ਕੀਤਾ? ਸੀਕੁਐਂਸ ਐਨੋਟੇਸ਼ਨਸ। ਐਨੋਟੇਸ਼ਨਸ ਦਾ ਮਤਲਬ ਕਿਸੇ ਚੀਜ਼ ਨੂੰ ਕਲੀਅਰਲੀ ਡਿਫਾਈਨ ਕਰਨਾ। ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ DNA, ਹਿਊਮਨ DNA ਦੇ ਵਿੱਚ ਬੇਟੇ ਕਾਫੀ DNA ਜਿਹੜਾ ਜੰਕ ਹੈ, ਦੈਟ ਮੀਨਸ ਦੈਟ ਡਜ਼ ਨਾਟ ਕੋਡ ਫॉर ਐਨੀ ਪ੍ਰੋਟੀਨ। ਅਗਰ ਉਹ ਪ੍ਰੋਟੀਨ ਨੂੰ ਕੋਡ ਵੀ ਕਰ ਰਿਹਾ ਹੈ ਤਾਂ ਦ ਫੰਕਸ਼ਨ ਆਫ ਦੈਟ ਪ੍ਰੋਟੀਨ ਇਜ਼ ਸਟਿਲ ਅਨਨੋਨ। ਸੋ ਸਾਇੰਟਿਸਟ ਨੇ ਨॉन ਕੋਡਿੰਗ DNA ਐਂਡ ਕੋਡਿੰਗ DNA ਜਾਂ ਕੋਡਿੰਗ ਜੀਨਸ ਐਂਡ ਨॉन ਕੋਡਿੰਗ ਜੀਨਸ ਨੂੰ ਵੀ ਸੈਪਰੇਟ ਡਿਫਾਈਨ ਕੀਤਾ, ਔਰ ਇਸ ਮੈਥਡ ਨੂੰ ਨਾਮ ਦਿੱਤਾ ਗਿਆ ਸੀਕੁਐਂਸ ਐਨੋਟੇਸ਼ਨਸ। ਨਾਓ ਹਾਊ ਦਾ DNA ਸੀਕੁਐਂਸਡ, ਹਾਊ ਦਾ DNA ਇਜ਼ ਆਈਸੋਲੇਟਿਡ। ਸਭ ਤੋਂ ਪਹਿਲਾਂ ਤਾਂ ਗੱਲ ਇਹ ਕਿ DNA ਨੂੰ ਅਸੀਂ ਸੈੱਲ ਦੇ ਵਿੱਚੋਂ ਕੱਢੀਏ। ਹੁਣ ਬੇਟੇ ਰੀਕੰਬੀਨੇਸ਼ਨ ਟੈਕਨੋਲੋਜੀ ਅਸੀਂ ਕਰਾਂਗੇ। ਪਲਾਂਟਸ ਦੇ ਵਿੱਚੋਂ, ਪਲਾਂਟ ਸੈੱਲ ਦੇ ਵਿੱਚੋਂ DNA ਕੱਢਣ ਦਾ ਅਲੱਗ ਤਰੀਕਾ ਹੈ, ਫੰਗਲ ਸੈੱਲ ਦੇ ਵਿੱਚੋਂ DNA ਕੱਢਣ ਦਾ ਅਲੱਗ ਤਰੀਕਾ ਹੈ। ਦੈਟ ਵੀ ਵਿਲ ਸਟੱਡੀ ਇਨ ਡਿਟੇਲ ਇਨ ਦੈਟ ਚੈਪਟਰ। ਸੋ ਫਸਟ ਦ ਹੋਲ DNA ਆਫ ਦ ਸੈੱਲ ਇਜ਼ ਆਈਸੋਲੇਟਿਡ, ਕਿਉਂਕਿ ਪੂਰੇ ਦਾ ਪੂਰਾ ਜੀਨੋਮ ਸਾਨੂੰ ਚਾਹੀਦਾ ਹੈ। ਉਸ ਨੂੰ ਆਈਸੋਲੇਟ ਕੀਤਾ, ਰੈਂਡਮਲੀ ਬ੍ਰੋਕਨ ਇਨਟੂ ਫਰੈਗਮੈਂਟਸ, ਉਹਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਉਹਦੇ ਪੀਸਿਸ ਕੀਤੇ ਵਿਦ ਦ ਹੈਲਪ ਆਫ ਐਂਡੋ ਨਿਊਕਲੀਏਸਿਸ, ਜਿਹੜੇ ਕਿ ਸੀਜ਼ਰਸ ਦਾ ਕੰਮ ਕਰਦੇ ਨੇ। then these fragments they are inserted into vectors like BAC, bacterial artificial chromosome, and YAC, yeast artificial chromosomes। ਇਹ ਦੋਨੋਂ ਨਾਮਸ ਨੇ ਬੇਟੇ ਤੁਸੀਂ ਜ਼ਰੂਰ ਯਾਦ ਰੱਖਣੇ ਨੇ, ਇਹਨਾਂ ਦੀਆਂ ਫੁੱਲ ਫਾਰਮਸ ਯਾਦ ਰੱਖਣੀਆਂ ਨੇ। these are vectors। ਹੁਣ ਬੇਟੇ ਵੈਕਟਰਸ ਕੀ ਹੁੰਦੇ ਨੇ? ਵੈਕਟਰਸ ਉਹ ਆਰਗੇਨਿਜ਼ਮਸ ਹੁੰਦੇ ਨੇ ਜਿਹੜੇ ਕਿ ਕਿਸੇ DNA ਨੂੰ ਕੈਰੀ ਕਰ ਸਕਦੇ ਨੇ। ਲੈਟਸ ਟਰਾਈ ਟੂ ਅੰਡਰਸਟੈਂਡ ਵਿਦ ਅ ਸਿੰਪਲ ਐਗਜ਼ਾਮਪਲ। ਸਪੋਜ਼ ਅਸੀਂ ਡੋਮੀਨੋ ਤੋਂ ਇੱਕ ਪੀਜ਼ਾ ਆਰਡਰ ਕਰਵਾਇਆ। ਅਸੀਂ ਡੋਮੀਨੋ ਤੇ ਪੀਜ਼ਾ ਆਰਡਰ ਕਰਵਾਇਆ ਹੈ, ਲੇਕਿਨ ਉਹ ਪੀਜ਼ਾ ਸਾਡੇ ਘਰ ਤੱਕ ਲੈ ਕੇ ਕੌਣ ਆਏਗਾ? डिलीवरी बॉय लेके आएगा। सो डिलीवरी बॉय एक्ट्स लाइक ए वैक्टर। सो इन बायोलॉजी, इन रिकॉम्बिनेशन टेक्नोलॉजी, वैक्टर वो है जो फॉरन DNA ਨੂੰ ਆਪਣੇ ਨਾਲ ਕੈਰੀ ਕਰਕੇ ਲੈ ਕੇ ਆਂਦਾ ਹੈ। ਉਸ ਤੋਂ ਬਾਅਦ ਕੀ ਕੀਤਾ ਬੇਟੇ? ਜਿਹੜੇ ਫਰੈਗਮੈਂਟ ਸੀਗੇ ਉਹਨਾਂ ਦੀ ਕਲੋਨਿੰਗ ਕੀਤੀ ਗਈ। ਕਲੋਨਿੰਗ ਮੀਨਸ ਉਹਨਾਂ ਦੀਆਂ ਮਲਟੀਪਲ ਕਾਪੀਜ਼ ਬਣਾਈਆਂ ਗਈਆਂ। ਇਹ ਵੀ ਅਸੀਂ ਰੀਕੰਬੀਨੇਸ਼ਨ ਟੈਕਨੋਲੋਜੀ ਦੇ ਵਿੱਚ ਡਿਟੇਲ ਵਿੱਚ ਪੜਾਂਗੇ ਕਿ ਇੱਕ ਕਾਪੀ ਤੋਂ ਅਸੀਂ ਕਾਫੀ ਕਾਪੀਜ਼ ਕਿਵੇਂ ਬਣਾ ਸਕਦੇ ਹਾਂ। ਜਿਵੇਂ ਅਸੀਂ ਕੋਈ ਪੇਜ ਨੂੰ ਫੋਟੋਸਟੇਟ ਕਰਾਉਂਦੇ ਹਾਂ ਤਾਂ ਉਹਦੇ ਮਲਟੀਪਲਸ ਕਾਪੀਜ਼ ਅਸੀਂ ਫੋਟੋਸਟੇਟ ਕਰਵਾ ਸਕਦੇ ਹਾਂ। ਇਹ ਨੈਚੁਰਲ ਮੈਥਡ ਦੇ ਨਾਲ ਵੀ ਕਲੋਨਿੰਗ ਹੋ ਸਕਦੀ ਹੈ, ਔਰ ਲੈਬ ਦੇ ਵਿੱਚ ਇੱਕ PCR ਟੈਕਨੀਕ ਹੁੰਦੀ ਹੈ, ਪੋਲੀਮਰੇਜ਼ ਚੇਨ ਰਿਐਕਸ਼ਨ, ਉਹਦੇ ਨਾਲ ਵੀ ਅਸੀਂ ਕਾਫੀ ਕਾਪੀਜ਼ DNA ਦੀਆਂ ਤਿਆਰ ਕਰ ਸਕਦੇ ਹਾਂ।
ਇਹ ਡਾਇਗਰਾਮ ਦੇ ਵਿੱਚ ਬੇਟੇ ਹੋਰ ਕਲੀਅਰ ਹੋ ਜਾਏਗਾ ਕਿ ਡੀਐਨਏ ਦੀ ਆਈਸੋਲੇਸ਼ਨ ਕਿਸ ਤਰ੍ਹਾਂ ਕੀਤੀ। ਸੈੱਲ ਦੇ ਵਿੱਚੋਂ ਦੇਖੋ ਡੀਐਨਏ ਨੂੰ ਐਕਸਟ੍ਰੈਕਟ ਕੀਤਾ, ਡੀਐਨਏ ਨੂੰ ਐਕਸਟ੍ਰੈਕਟ ਕਰਕੇ ਉਸ ਨੂੰ ਵੈਕਟਰ ਦੇ ਵਿੱਚ ਪਾਇਆ। ਠੀਕ ਹੈ, ਦਿਸ ਇਜ਼ ਇਹ ਜਿਹੜਾ ਤੁਸੀਂ ਬਲੂ ਸਰਕਲ ਦੇਖ ਰਹੇ ਹੋ, ਇਟ ਇਜ਼ ਏ ਵੈਕਟਰ। ਵੈਕਟਰ ਦੇ ਵਿੱਚ ਇਨਸਰਟ ਕੀਤਾ, ਵੈਕਟਰ ਦੇ ਵਿੱਚ ਇਨਸਰਟ ਕਰਨ ਤੋਂ ਬਾਅਦ ਇਸ ਨੂੰ ਵੈਕਟਰ ਨੂੰ ਹੋਸਟ ਸੈੱਲ ਦੇ ਵਿੱਚ ਪਾ ਦਿੱਤਾ ਗਿਆ, ਕਿਉਂਕਿ ਹੁਣ ਜਦੋਂ ਹੋਸਟ ਸੈੱਲ ਮਲਟੀਪਲਾਈ ਕਰੇਗਾ ਤਾਂ ਇਹ ਜਿਹੜਾ ਅੰਦਰ ਡੀਐਨਏ ਹੈ ਇਹ ਵੀ ਮਲਟੀਪਲਾਈ ਕਰੇਗਾ ਔਰ ਸਾਨੂੰ ਸੈਵਰਲ ਕਾਪੀਜ਼ ਮਿਲ ਸਕਦੀਆਂ ਹਨ। ਜਦੋਂ ਫਰੈਗਮੈਂਟਸ ਦੀ ਕਲੋਨਿੰਗ ਹੋ ਗਈ, ਕਾਫੀ ਸਾਰੇ ਫਰੈਗਮੈਂਟਸ ਮਿਲ ਗਏ ਸਾਇੰਟਿਸਟ ਨੂੰ, ਤਾਂ ਫਿਰ ਉਹਨਾਂ ਨੇ ਉਸ ਦੀ ਜਿਹੜੀ ਸੀਕੁਐਂਸਿੰਗ ਕੀਤੀ, ਐਨੋਟੇਟਿਡ ਡੀਐਨਏ ਸੀਕੁਐਂਸਿਸ। ਐਨੋਟੇਸ਼ਨ ਮੀਨਸ ਟੂ ਡਿਫਾਈਨ ਵਿਚ ਇਜ਼ ਕੋਡਿੰਗ, ਵਿਚ ਇਜ਼ ਨੋਨ ਕੋਡਿੰਗ, ਕਿਉਂਕਿ ਸਾਇੰਟਿਸਟ ਨੇ ਤਾਂ ਜਿਹੜਾ ਫੰਕਸ਼ਨਲ ਡੀਐਨਏ ਹੈ ਮੇਨਲੀ ਉਹਦੇ ਤੇ ਕੰਮ ਕਰਨਾ ਹੈ, ਜਿਹੜਾ ਡੀਐਨਏ ਕੋਡ ਕਰਦਾ ਹੈ ਉਸ ਡੀਐਨਏ ਦੀਆਂ ਬੇਸ ਸੀਕੁਐਂਸਿਸ ਕੀ ਨੇ। ਜਿਹੜੇ ਨੋਨ ਕੋਡਿੰਗ ਨੇ ਉਹਨਾਂ ਉੱਤੇ ਟਾਈਮ ਵੇਸਟ ਕਰਨ ਦਾ ਉਹਨਾਂ ਨੇ ਫਿਲਹਾਲ ਡਿਸਾਈਡ ਨਹੀਂ ਕੀਤਾ, ਜਸਟ ਟੂ ਸੀ the sequences which are present on the coding part of DNA। ਔਰ ਫਿਰ ਇਹਨਾਂ ਸੀਕੁਐਂਸਿਸ ਨੂੰ ਜਿਹੜੀਆਂ ਕੋਡਿੰਗ ਸੀਕੁਐਂਸਿਸ ਸੀ ਉਹਨਾਂ ਨੂੰ ਫਿਰ ਉਹਨਾਂ ਨੇ ਕੀ ਕੀਤਾ, ਕੰਪਿਊਟਰ ਦੇ ਵਿੱਚ ਡਾਟਾਬੇਸ ਦੇ ਵਿੱਚ ਫੀਡ ਕੀਤਾ ਕੰਪਿਊਟਰਸ ਦੀ ਹੈਲਪ ਲਈ। ਠੀਕ ਹੈ, ਕੰਪਿਊਟਰ ਪ੍ਰੋਗਰਾਮ, ਸੁਪਰ ਕੰਪਿਊਟਰਸ ਉਦੋਂ ਜਿਹੜੇ ਇਜਾਦ ਕੀਤੇ ਗਏ ਉਹਨਾਂ ਦੇ ਵਿੱਚ ਇਹ ਸੀਕੁਐਂਸਿਸ ਨੂੰ ਫੀਡ ਕੀਤਾ ਗਿਆ, ਕਿਉਂਕਿ ਸੀਕੁਐਂਸਿਸ ਨੂੰ ਬੇਟੇ ਅਸੀਂ ਪੇਪਰ 'ਤੇ ਤਾਂ ਲਿਖ ਨਹੀਂ ਸਕਦੇ। although stationery was used, ਲੇਕਿਨ ਫਾਈਨਲ ਜਿਹੜੀ ਇਹਦੀ ਸਬਮਿਸ਼ਨ ਸੀ ਉਹ ਕੰਪਿਊਟਰ ਟੈਕਨੋਲੋਜੀ ਦੇ ਨਾਲ ਹੀ ਐਨਾਲਾਈਜ਼ ਕੀਤਾ ਗਿਆ। ਔਰ ਫਿਰ ਉਸ ਤੋਂ ਬਾਅਦ ਜਿਹੜੇ ਸੀਕੁਐਂਸਿਸ ਸੀ, 23 ਪੇਅਰਸ ਹੁੰਦੇ ਨੇ ਸਾਡੇ ਕ੍ਰੋਮੋਸੋਮਸ ਦੇ, ਸੋ 23 ਕ੍ਰੋਮੋਸੋਮਸ ਨੂੰ ਜਿਹੜੀਆਂ ਉਹ ਸੀਕੁਐਂਸਿਸ ਨੇ ਅਸਾਈਨ ਕਰ ਦਿੱਤੀਆਂ ਗਈਆਂ। ਤੁਸੀਂ ਇਹ ਦੇਖ ਰਹੇ ਹੋ, ਤੁਸੀਂ ਇਹਦੇ ਵਿੱਚ ਵੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਡੀਐਨਏ, ਹਿਊਮਨ ਡੀਐਨਏ ਦੀ ਡੀਐਨਏ ਆਈਸੋਲੇਟ ਕੀਤਾ ਗਿਆ। ਉਸ ਤੋਂ ਬਾਅਦ ਉਹਦੀਆਂ ਸੀਕੁਐਂਸਿਸ ਦੇਖੀਆਂ ਗਈਆਂ, ਕਿਹੜੀਆਂ ਸੀਕੁਐਂਸਿਸ ਨੇ। ਐਡਨਿਨ ਤੋਂ ਬਾਅਦ ਗੁਆਨਿਨ ਆ ਰਿਹਾ ਹੈ, ਗੁਆਨਿਨ ਤੋਂ ਬਾਅਦ ਥਾਇਮਿਨ ਆ ਰਿਹਾ ਹੈ, ਕਿ ਥਾਇਮਿਨ ਤੋਂ ਬਾਅਦ ਅੱਗੋਂ ਕੀ ਆ ਰਿਹਾ ਹੈ, ਉਸ ਤੋਂ ਅੱਗੋਂ ਕੀ ਆ ਰਿਹਾ ਹੈ। ਸੋ ਇਸ ਤਰ੍ਹਾਂ ਦੇ ਨਾਲ ਪੂਰੀ ਸੀਕੁਐਂਸ ਹੈ ਜਿਹੜੀ ਉਹਦਾ ਪੈਟਰਨ ਕੰਪਿਊਟਰਸ ਦੇ ਵਿੱਚ ਫੀਡ ਕਰ ਦਿੱਤਾ ਗਿਆ। ਹੁਣ ਜਦੋਂ ਇਹ ਕੰਪਲੀਟ ਹੋ ਗਿਆ ਪ੍ਰੋਜੈਕਟ, ਉਸ ਤੋਂ ਬਾਅਦ ਕਿਹੜੇ ਫੀਚਰਸ, ਕਿਹੜੇ ਕਰੈਕਟਰਸ ਜਿਹੜੇ ਸਾਹਮਣੇ ਆਏ, ਉਹਨਾਂ ਨੂੰ ਅਸੀਂ ਕਹਾਂਗੇ ਸੇਲੀਐਂਟ ਫੀਚਰਸ ਆਫ ਹਿਊਮਨ ਜੀਨੋਮ ਪ੍ਰੋਜੈਕਟ, ਸੇਲੀਐਂਟ ਫੀਚਰਸ ਆਫ HGP। First is the human genome contains 3164.7 million nucleotides bases। ਇੰਨਾ ਵੱਡਾ ਹੈ ਡੀਐਨਏ ਸਾਡਾ, ਇੰਨਾ ਲੌਂਗ ਡੀਐਨਏ ਹੈ। ਸੋ ਇਹਦੇ ਵਿੱਚ ਮਿਲੀਅਨਸ ਆਫ ਬੇਸ ਪੇਅਰਸ ਨੇ, ਔਰ ਐਵਰੇਜ ਜੀਨ, ਇੱਕ ਜੀਨ ਦੇ ਵਿੱਚ 3000 ਬੇਸ ਪੇਅਰਸ ਹੁੰਦੇ ਨੇ। ਲੇਕਿਨ ਇਹ ਨੰਬਰ ਬੇਟੇ ਵੇਰੀ ਕਰ ਸਕਦਾ ਹੈ। ਇੱਥੇ ਐਗਜ਼ਾਮਪਲ ਅਸੀਂ ਡਿਸਟ੍ਰੋਫਿਨ ਜੀਨ ਦੀ ਦਿਆਂਗੇ, ਜਿਹਦੇ ਇਕੱਲੇ ਉਸ ਜੀਨ ਦੇ ਵਿੱਚ 2.4 ਮਿਲੀਅਨ ਬੇਸ ਪੇਅਰਸ ਪਾਏ ਜਾਂਦੇ ਹਨ। ਟੋਟਲ ਨੰਬਰ ਆਫ ਜੀਨਸ ਐਸਟੀਮੇਟਡ ਅਬਾਊਟ 30,000 ਜੀਨਸ ਨੇ ਜਿਹੜੇ ਉਹਨਾਂ ਦੀ ਸੀਕੁਐਂਸਿੰਗ ਕੀਤੀ ਗਈ। ਲੇਕਿਨ ਇਸ ਤੋਂ ਪਹਿਲਾਂ ਜਦੋਂ ਪ੍ਰੋਜੈਕਟ ਸਟਾਰਟ ਹੋਣਾ ਸੀ ਤਾਂ ਸਾਇੰਟਿਸਟ ਇਹ ਅੰਦਾਜ਼ਾ ਲਗਾ ਰਹੇ ਸੀ ਕਿ 80,000 to 1,40,000 ਤੱਕ ਜੀਨਸ ਦੀ ਐਸਟੀਮੇਸ਼ਨ ਕਰਨੀ ਪੈ ਸਕਦੀ ਹੈ। ਔਰ ਇਹ ਪਤਾ ਲੱਗਿਆ ਕਿ 99.9% ਆਫ ਨਿਊਕਲੀਓਟਾਈਡ ਸੀਕੁਐਂਸ ਇਜ਼ ਸੇਮ ਇਨ ਆਲ ਦ ਪੀਪਲ। 0.1% ਦਾ ਡਿਫਰੈਂਸ ਹੈ ਬੇਟੇ। 0.1% ਵੀ ਕੋਈ ਘੱਟ ਡਿਫਰੈਂਸ ਨਹੀਂ ਹੈ, ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਮਿਲੀਅਨਸ ਦੇ ਵਿੱਚ ਨਿਊਕਲੀਓਟਾਈਡ ਸੀਕੁਐਂਸਿਸ ਹੈਗੀਆਂ ਨੇ। ਸੋ 0.1 ਵੀ ਇੱਕ ਬਹੁਤ ਵੱਡਾ ਨੰਬਰ ਹੈ ਜਿਹੜਾ ਕਿ ਸਾਹਮਣੇ ਆਇਆ। The function of 50% of genes of our total discovered, ਜਿੰਨੇ ਜੀਨਸ ਉਹਨਾਂ ਨੇ ਸੀਕੁਐਂਸਿੰਗ ਕੀਤੀ ਬੇਸ ਪੇਅਰਸ ਦੀ, ਉਹਦੇ ਵਿੱਚੋਂ 50% ਦੀ ਹਾਲੇ ਫੰਕਸ਼ਨਿੰਗ ਪਤਾ ਚੱਲ ਚੁੱਕੀ ਹੈ। ਬੇਟੇ ਹਿਊਮਨ ਜੀਨੋਮ ਪ੍ਰੋਜੈਕਟ is a starting, it is not the end। 13 ਸਾਲ ਇਹ ਪ੍ਰੋਜੈਕਟ ਜ਼ਰੂਰ ਚੱਲਿਆ, ਕਾਫੀ ਕੁਝ ਪਤਾ ਚੱਲਿਆ, ਕਾਫੀ ਪ੍ਰੋਬਲਮ ਸਾਡੀਆਂ ਸੋਲਵ ਹੋਈਆਂ, ਲੇਕਿਨ ਹਾਲੇ ਵੀ ਇਸ ਪ੍ਰੋਜੈਕਟ ਦੇ ਉੱਤੇ ਬਹੁਤ ਕੁਝ ਹੈ ਜਿਹੜਾ ਬਾਕੀ ਹੈ। ਔਰ ਸਾਡੇ ਸਾਇੰਟਿਸਟ ਨੇ ਜਿਹੜੇ ਲਗਾਤਾਰ ਇਹਦੇ ਵੱਲ ਕੋਸ਼ਿਸ਼ਾਂ ਕਰਦੇ ਜਾ ਰਹੇ ਨੇ। ਲੈਸ ਦੈਨ 2% ਆਫ ਜੀਨੋਮ ਕੋਡਸ ਫॉर ਪ੍ਰੋਟੀਨ। ਅਸੀਂ ਪਹਿਲਾਂ ਹੀ ਦੇਖਿਆ ਕਿ ਨੌਨ ਕੋਡਿੰਗ ਸੀਕੁਐਂਸਿਸ ਨੇ ਜਿਹੜੀਆਂ ਉਹ ਡੀਐਨਏ ਦੇ ਵਿੱਚ ਬਹੁਤ ਜ਼ਿਆਦਾ ਨੇ। ਇੱਕ ਹੋਰ ਉਹਨਾਂ ਨੇ ਚੀਜ਼ ਦੇਖੀ ਕਿ ਰਿਪੀਟਡ ਸੀਕੁਐਂਸਿਸ ਨੇ, ਔਰ ਲਾਰਜ ਪਾਰਟ ਆਫ ਦਾ ਜੀਨੋਮ ਉਹਨਾਂ ਨੇ ਰਿਪੀਟਡ ਸੀਕੁਐਂਸਿਸ ਦੇਖੀਆਂ। ਰਿਪੀਟਡ ਮੀਨਸ ਕਿ A T A T A T, ਸਪੋਜ਼ ਆਈ ਐਮ ਗਿਵਿੰਗ ਯੂ ਦ ਐਗਜ਼ਾਮਪਲ, ਇੱਕ ਕੰਟੀਨਿਊਸ ਇਹ ਸੀਰੀਜ਼ A T ਦੀ ਹੀ ਚੱਲ ਰਹੀ ਹੈ। ਉਸ ਤੋਂ ਬਾਅਦ G C ਦੀ ਹੀ ਚੱਲ ਰਹੀ ਹੈ ਸੀਰੀਜ਼। ਇਹਨਾਂ ਨੂੰ ਅਸੀਂ ਕੀ ਕਹਾਂਗੇ? ਰਿਪੀਟਡ ਸੀਕੁਐਂਸਿਸ। ਐਂਡ these sequences, they are non coding, they do not code for anything। But
these sequences play very important role on the structure of chromosome, on the dynamics of chromosome, and how the evolution occurs. ਉਹਦੇ ਉਸ point of view ਨਾਲ non coding sequences ਨੇ, they are very important. ਹੁਣ chromosome number 1, ਇਹਦੇ ਉੱਤੇ ਸਭ ਤੋਂ ਜ਼ਿਆਦਾ ਜੀਨਸ ਪਾਏ ਜਾਂਦੇ ਨੇ 2968, 2968 ਦੇ ਕਰੀਬ ਜੀਨਸ ਨੇ ਜਿਹੜੇ ਕ੍ਰੋਮੋਸੋਮ ਨੰਬਰ 1 ਦੇ ਉੱਤੇ ਨੇ, ਔਰ ਕ੍ਰੋਮੋਸੋਮ ਨੰਬਰ 1 ਦੀ ਸੀਕੁਐਂਸੀ ਸਭ ਤੋਂ ਬਾਅਦ ਵਿੱਚ ਕੀਤੀ ਗਈ। ਐਸੇ ਕਰਕੇ 3 ਸਾਲ ਇਹ ਪ੍ਰੋਜੈਕਟ ਡਿਲੇ ਵੀ ਹੋ ਗਿਆ, ਔਰ ਫਿਰ ਇਹਦੀ ਸੀਕੁਐਂਸਿਸ 2006 ਦੇ ਵਿੱਚ ਕੰਪਲੀਟ ਹੋਈ। ਇਸ ਤੋਂ ਇਲਾਵਾ ਬੇਟੇ ਇੱਕ ਬਹੁਤ ਇੰਟਰਸਟਿੰਗ ਚੀਜ਼ ਸਾਹਮਣੇ ਆਈ ਹਿਊਮਨ ਜੀਨੋਮ ਪ੍ਰੋਜੈਕਟ ਦੇ, ਕਿ ਸਾਇੰਟਿਸਟ ਨੇ 1.4 ਮਿਲੀਅਨਸ ਲੋਕੇਸ਼ਨਸ ਦੇ ਉੱਤੇ SNP ਦੇਖਿਆ। ਵਟ ਇਜ਼ SNP? ਪਹਿਲਾਂ ਤਾਂ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ, ਸਿੰਗਲ ਨਿਊਕਲੀਓਟਾਈਡ ਪੋਲੀਮੋਰਫਿਜ਼ਮ। ਔਰ ਇਹਦੇ ਨਾਲ ਬਹੁਤ ਸਾਰੇ ਜੈਨੇਟਿਕ ਡਿਜ਼ੀਜ਼ ਨੇ ਉਹਨਾਂ ਦਾ ਪਤਾ ਚੱਲਿਆ। ਹੁਣ ਆਓ ਦੇਖਦੇ ਹਾਂ SNP ਕੀ ਚੀਜ਼ ਹੈ। ਬੇਟੇ ਇਹ 3 ਡਿਫਰੈਂਟ ਇੰਡੀਵਿਜੂਅਲਸ ਨੇ, ਤਿੰਨਾਂ ਦਾ DNA ਹੈ, ਔਰ ਤੁਸੀਂ ਦੇਖ ਰਹੇ ਹੋ ਤਿੰਨਾਂ ਦਾ DNA ਆਲਮੋਸਟ ਸੇਮ ਹੈ। ਅਗਰ ਅਸੀਂ ਨਿਊਕਲੀਓਟਾਈਡ ਸੀਕੁਐਂਸ ਦੀ ਗੱਲ ਕਰੀਏ, GCA 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 CGTT CGTT ਕੰਟੀਨਿਊਸ ਚੱਲਿਆ ਆ ਰਿਹਾ, ਸੇਮ DNA। ਲੇਕਿਨ ਇਸ ਪੁਆਇੰਟ ਦੇ ਉੱਤੇ ਆ ਕੇ ਇੱਕ ਨਿਊਕਲੀਓਟਾਈਡ ਬੇਸ ਪੇਅਰ ਡਿਫਰੈਂਟ ਹੈ। ਫਸਟ ਦੇ ਵਿੱਚ A ਹੈ, ਸੈਕਿੰਡ ਦੇ ਵਿੱਚ G ਹੈ, ਥਰਡ ਦੇ ਵਿੱਚ T ਹੈ। ਸੋ ਇਹ ਕੀ ਹੈ, ਸਿੰਗਲ ਨਿਊਕਲੀਓਟਾਈਡ ਦਾ ਡਿਫਰੈਂਸ ਆ ਗਿਆ। ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਸਿੰਗਲ ਨਿਊਕਲੀਓਟਾਈਡ ਪੋਲੀਮੋਰਫਿਜ਼ਮ। ਔਰ ਹਿਊਮਨ ਹੈਲਥ ਐਂਡ ਡਿਜ਼ੀਜ਼ ਦੇ ਵਿੱਚ ਇਸ ਨੇ ਇੱਕ ਰੈਵੋਲੂਸ਼ਨ ਲਿਆ ਕੇ ਰੱਖ ਦਿੱਤੀ। ਬਹੁਤ ਸਾਰੇ ਡਿਜ਼ੀਜ਼ ਦਾ ਪਤਾ ਚੱਲਿਆ, ਬਹੁਤ ਸਾਰੇ ਡਿਜ਼ੀਜ਼ ਦੀ ਟ੍ਰੀਟਮੈਂਟ ਹੋਈ, ਬਹੁਤ ਸਾਰੇ ਡਿਜ਼ੀਜ਼ ਦੀ ਕਿਉਰ ਪੋਸੀਬਲ ਹੋ ਸਕੀ ਡਿਊ ਟੂ SNP। ਨਾਓ HGP ਇਜ਼ ਕਾਲਡ ਏ ਮੈਗਾ ਪ੍ਰੋਜੈਕਟ। ਬਹੁਤ ਵੱਡਾ ਪ੍ਰੋਜੈਕਟ ਇਹਨੂੰ ਮੰਨਿਆ ਜਾਂਦਾ। ਅਗਰ ਮੈਂ ਕਹਾਂ ਬੇਟੇ ਬਾਇਓਲੋਜੀ ਦੇ ਵਿੱਚ ਅੱਜ ਤੱਕ ਜਿੰਨੇ ਵੀ ਪ੍ਰੋਜੈਕਟ ਹੋਏ ਨੇ, ਜਿੰਨੀਆਂ ਵੀ ਰਿਸਰਚਿਸ ਹੋਈਆਂ ਨੇ, ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਹੜਾ HGP ਹੈ, ਕਿਉਂਕਿ ਇਸ ਨੇ ਪੂਰੇ ਦੇ ਪੂਰੇ ਸਾਡੇ ਜੀਨੋਮ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਔਰ ਕਾਫੀ ਹੱਦ ਤੱਕ ਜਾਣ ਵੀ ਲਿਆ। ਔਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਿੰਨੀਆਂ ਕੰਟਰੀਜ਼ ਨੇ ਜਿਨ੍ਹਾਂ ਨੂੰ ਇਹ ਪ੍ਰੋਜੈਕਟ ਅੱਛਾ ਲੱਗਿਆ, ਉਹਨਾਂ ਨੇ ਆਪਣੀ ਸਾਂਝੇਦਾਰੀ ਵਿੱਚ ਪਾਈ। ਸੋ ਇਹਦੀ ਜਿਹੜੀ ਕਾਸਟ ਹੈ ਉਹ $9 ਬਿਲੀਅਨ ਦੇ ਕਰੀਬ ਖਰਚਾ ਆਇਆ। ਇਹ ਐਸਟੀਮੇਟਿਡ ਸੀ ਬੇਟੇ, ਇਸ ਤੋਂ ਜ਼ਿਆਦਾ ਵੀ ਹੋ ਸਕਦਾ ਹੈ, ਕਿਉਂਕਿ ਸਾਨੂੰ ਪਤਾ ਹੈ ਬੇਸ ਪੇਅਰਸ ਕਿੰਨੇ ਸੀ, 3 × 10⁹ ਬੇਸ ਪੇਅਰ ਨੂੰ ਆਈਡੈਂਟੀਫਾਈ ਕਰਨਾ ਸੀ, ਉਹਨਾਂ ਦੀ ਸੀਕੁਐਂਸਿਸ ਦੇਖਣੀ ਸੀ। ਬਹੁਤ ਵੱਡਾ ਪ੍ਰੋਜੈਕਟ ਸੀ ਇਹ। ਇਹਦੇ ਵਾਸਤੇ ਸਾਇੰਟਿਸਟ ਚਾਹੀਦੇ ਸੀ, ਸਪੈਸ਼ਲਿਸਟ ਸਾਇੰਟਿਸਟ ਚਾਹੀਦੇ ਸੀ, ਟੈਕਨੀਸ਼ੀਅਨ ਚਾਹੀਦੇ ਸੀ, ਠੀਕ ਹੈ। ਸਪੋਰਟਿੰਗ ਸਟਾਫ ਹੈ ਜਿਹੜਾ, ਉਹਦੇ ਬਿਨਾਂ ਤਾਂ ਸਾਇੰਟਿਸਟ ਵੀ ਕੰਮ ਨਹੀਂ ਕਰ ਸਕਦੇ। ਸੋ ਸਟੋਰੇਜ ਡਾਟਾ ਜੋ ਵੀ ਉਹਨਾਂ ਨੇ ਸੀਕੁਐਂਸ ਲੱਭੀਆਂ, ਉਹਨਾਂ ਨੇ ਐਨਾਲਾਈਜ਼ ਕੀਤੀਆਂ, ਪੈਟਰਨ ਐਨਾਲਾਈਜ਼ ਕੀਤਾ। ਉਹਦੇ ਵਾਸਤੇ ਉਹਨਾਂ ਨੂੰ 3300 ਬੁੱਕਸ ਚਾਹੀਦੀਆਂ ਸੀਗੀਆਂ, ਔਰ ਇੱਕ ਬੁੱਕ ਦੇ ਵਿੱਚ 1000 ਪੇਜਿਸ ਸੀ, ਇੱਕ ਪੇਜ ਦੇ ਵਿੱਚ 1000 ਵਰਡ ਸੀ। ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਡਾਟਾ ਉਹਨਾਂ ਨੇ ਕਲੈਕਟ ਕੀਤਾ ਇਹਨਾਂ 13 ਸਾਲਾਂ ਦੇ ਵਿੱਚ। ਉਸ ਡਾਟਾ ਨੂੰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਅਰੇਂਜ ਕੀਤਾ, ਔਰ ਫਿਰ ਇਸ ਡਾਟਾ ਨੂੰ ਉਹਨਾਂ ਨੇ ਸੁਪਰ ਕੰਪਿਊਟਰਸ ਦੇ ਵਿੱਚ ਫੀਡ ਕੀਤਾ। ਇੱਕ ਨਵੀਂ ਬ੍ਰਾਂਚ ਸਾਹਮਣੇ ਆਈ ਉਸ ਟਾਈਮ, ਜਿਸ ਨੂੰ ਨਾਮ ਦਿੱਤਾ ਗਿਆ ਬਾਇਓ ਇਨਫੋਰਮੈਟਿਕਸ। ਅੱਜ ਵੀ ਬੇਟੇ +2 ਤੋਂ ਬਾਅਦ ਬੱਚੇ ਬਾਇਓ ਇਨਫੋਰਮੈਟਿਕਸ ਨੂੰ ਪ੍ਰੈਫਰ ਕਰਦੇ ਨੇ। ਬਾਇਓ ਇਨਫੋਰਮੈਟਿਕਸ, ਬਾਇਓ ਮੀਨਸ ਲਿਵਿੰਗ, ਇਨਫੋਰਮੈਟਿਕਸ ਮੀਨਸ ਇਨਫੋਰਮੇਸ਼ਨ। ਸੋ ਜਿੰਨੀ ਵੀ ਲਿਵਿੰਗ ਆਰਗੇਨਿਜ਼ਮਸ ਦੀ ਇਨਫੋਰਮੇਸ਼ਨ ਹੈ ਉਸ ਨੂੰ ਕੰਪਿਊਟਰਾਈਜ਼ਡ ਬੇਸ ਐਨਾਲਾਈਜ਼ ਕਰਨਾ। ਸੋ ਬਾਇਓ ਇਨਫੋਰਮੈਟਿਕਸ 'ਚ ਬੇਟੇ ਬਾਇਓਲੋਜੀ ਵੀ ਆ ਜਾਏਗੀ, ਮੈਥਮੈਟਿਕਸ ਵੀ ਆ ਜਾਏਗਾ, ਕੰਪਿਊਟਰ ਵੀ ਆ ਜਾਏਗਾ। ਸਾਰੀਆਂ ਫੀਲਡਸ ਨੂੰ ਮਿਲਾ ਕੇ ਫਿਰ DNA ਨੂੰ ਐਨਾਲਾਈਜ਼ ਕਰਨਾ, ਇਨਫੋਰਮੇਸ਼ਨ ਨੂੰ ਐਨਾਲਾਈਜ਼ ਕਰਨਾ, ਦੈਟ ਇਜ਼ ਕਾਲਡ ਬਾਇਓ ਇਨਫੋਰਮੈਟਿਕਸ। ਔਰ ਇਹ ਬ੍ਰਾਂਚ HGP ਤੋਂ ਬਾਅਦ ਹੀ ਡਿਵੈਲਪ ਹੋਈ ਹੈ, ਐਂਡ ਨਾਓ ਇਟ ਇਜ਼ ਵੈਰੀ ਮਚ ਪ੍ਰੈਫਰਡ ਬ੍ਰਾਂਚ। ਨਾਓ ਲੈਟਸ ਕਮ ਟੂ ਦ ਗੋਲਸ ਆਫ HGP। ਕੀ ਗੋਲਸ ਉਹਨਾਂ ਨੇ ਪਹਿਲਾਂ ਡਿਸਾਈਡ ਕੀਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਬਾਅਦ, ਕੀ ਉਹਨਾਂ ਨੇ ਬਾਅਦ ਵਿੱਚ ਜਿਹੜੇ ਨੇ ਉਹਨਾਂ ਦੇ ਸਾਹਮਣੇ ਆਏ, ਜਿਹੜੇ ਉਹਨਾਂ ਦੇ ਏਮਸ ਪੂਰੇ ਹੋਏ ਇਸ ਪ੍ਰੋਜੈਕਟ ਤੋਂ ਬਾਅਦ। ਸਭ ਤੋਂ ਪਹਿਲਾਂ ਤਾਂ ਜਿਹੜੇ 20,000 to 30,000 ਜੀਨਸ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ, ਇਹ ਸਭ ਤੋਂ ਮੇਜਰ ਕੰਮ ਸੀਗਾ। ਫਿਰ ਉਹਨਾਂ ਦੀ ਸੀਕੁਐਂਸਿੰਗ ਦਾ ਵੀ ਪਤਾ ਚੱਲ ਗਿਆ, ਇਹ ਵੀ ਗੋਲ ਪੂਰਾ ਹੋ ਗਿਆ। ਉਸ ਤੋਂ ਬਾਅਦ ਸਾਰਾ ਡਾਟਾ ਹੈ ਜਿਹੜਾ ਉਹ ਡਾਟਾਬੇਸ ਕੰਪਿਊਟਰਸ ਦੇ ਵਿੱਚ ਫੀਡ ਹੋ ਗਿਆ। ਹੁਣ ਜਦੋਂ ਵੀ ਚਾਹੇ ਅਸੀਂ ਕਿਸੇ ਵੀ ਜੀਨ ਦੀ, ਕਿਸੇ ਵੀ ਕ੍ਰੋਮੋਸੋਮ ਦੇ ਉੱਤੇ ਜੀਨ ਕਿੱਥੇ ਪਿਆ, ਉਹਦੀ ਸੀਕੁਐਂਸ ਦਾ ਪਤਾ ਲਗਾ ਸਕਦੇ ਹਾਂ। ਟੂ ਇੰਪਰੂਵ ਦਾ ਟੂਲਸ ਫॉर ਡਾਟਾ ਐਨਾਲਿਸਿਸ, ਜਿਹੜੇ ਵੀ ਉਸ ਟਾਈਮ ਟੂਲਸ
ਯੂਜ਼ ਹੋਏ ਸੀਗੇ, ਚਾਹੇ ਉਹ ਕੰਪਿਊਟਰਸ ਨੇ, ਚਾਹੇ ਉਹ ਕਿਸੇ ਹੋਰ ਟਾਈਪ ਦੀ ਮਸ਼ੀਨਰੀ ਹੈ, ਉਸ ਨੂੰ ਹੋਰ ਇੰਪਰੂਵ ਕਰਨ ਦੀ ਜ਼ਰੂਰਤ ਸਮਝੀ ਗਈ ਤਾਂ ਕਿ ਬੈਟਰ ਤਰੀਕੇ ਦੇ ਨਾਲ ਫਿਊਚਰ ਦੇ ਵਿੱਚ ਜਿਹੜੇ ਨੇ ਰਿਜ਼ਲਟ ਆ ਸਕਣ। ਉਸ ਤੋਂ ਬਾਅਦ ਜੋ ਵੀ ਇਨਫੋਰਮੇਸ਼ਨ, ਜੋ ਵੀ ਡਾਟਾ ਐਨਾਲਾਈਜ਼ ਕੀਤਾ ਗਿਆ, ਉਸ ਡਾਟਾ ਨੂੰ ਰਿਲੇਟਿਡ ਇੰਡਸਟਰੀਜ਼ ਦੇ ਵਾਸਤੇ ਉਹਨਾਂ ਨੂੰ ਵੀ ਦਿੱਤਾ ਗਿਆ। ਹੁਣ ਰਿਲੇਟਿਡ ਇੰਡਸਟਰੀਜ਼ ਬੇਟੇ ਕਿਹੜੀਆਂ ਹੋ ਸਕਦੀਆਂ ਨੇ? ਰਿਲੇਟਿਡ ਇੰਡਸਟਰੀ ਮੈਡੀਸਨ ਇੰਡਸਟਰੀ ਹੋ ਸਕਦੀ ਹੈ, ਰਿਲੇਟਿਡ ਇੰਡਸਟਰੀ ਬਾਇਓਟੈਕਨੋਲੋਜੀ ਹੋ ਸਕਦੀ ਹੈ, ਬਾਇਓਟੈਕਨੋਲੋਜੀ ਦੇ ਵਿੱਚ ਐਗਰੀਕਲਚਰ ਵੀ ਹੋ ਸਕਦੀ ਹੈ, ਠੀਕ ਹੈ, ਜਿਹਦੇ ਨਾਲ ਕਿ DNA ਨਾਲ ਰਿਲੇਟਿਡ ਕੁਝ ਵੀ ਬੈਨੀਫਿਟ ਹੈ ਜਿਹੜਾ ਅਸੀਂ ਪ੍ਰਾਪਤ ਕਰ ਸਕੀਏ। ਟੂ ਸੋਲਵ ELSI, it is a new term for you. E means ethical, L means legal, SI means social issues arising from this project. ਬੇਟੇ ਕਿਉਂਕਿ ਹੁਣੇ ਪੂਰੀ ਦਾ ਪੂਰਾ ਪ੍ਰੋਜੈਕਟ that is based on the DNA, based on the identity of some organism, human. ਸੋ ਕਈ ਐਥੀਕਲ ਇਸ਼ੂਜ਼ ਇਹਦੇ ਨਾਲ ਅਰਾਈਜ਼ ਹੋ ਸਕਦੇ ਸੀ। ਉਹਦੇ ਵਾਸਤੇ ਵੀ ਇੱਕ ਕਮੇਟੀ ਬਣਾਏਗੀ ਕਿ ਅਗਰ ਕੋਈ ਐਥੀਕਲ ਇਸ਼ੂ ਹੁੰਦਾ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਸੋਲਵ ਕੀਤਾ ਜਾ ਸਕਦਾ ਹੈ। ਟੂ ਐਮਫੇਸਾਈਜ਼ ਮੋਰ ਔਨ ਬਾਇਓ ਇਨਫੋਰਮੈਟਿਕਸ, ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਇੱਕ ਨਵੀਂ ਬ੍ਰਾਂਚ ਹੈ ਜਿਹੜੀ ਅਰਾਈਜ਼ ਹੋਈ ਹੈ। ਸੋ ਇਹਨੂੰ ਕਿਸ ਤਰ੍ਹਾਂ ਹੋਰ ਐਡਵਾਂਸ ਸਟੇਜਿਸ ਤੱਕ ਲੈ ਕੇ ਜਾਇਆ ਜਾ ਸਕਦਾ ਹੈ, ਕਿਸ ਤਰ੍ਹਾਂ ਇਹਦੇ ਤੋਂ ਫਾਇਦਾ ਲਿਆ ਜਾ ਸਕਦਾ ਹੈ। ਸੋ ਉਹਦੇ ਵਾਸਤੇ ਵੀ ਜਿਹੜਾ ਹੈ ਐਮਫੇਸਿਸ ਦਿੱਤਾ ਗਿਆ। ਸੀਕੁਐਂਸਿੰਗ ਆਫ ਨੋਨ ਹਿਊਮਨ ਮਾਡਲ, ਹੁਣ ਕਿਉਂਕਿ ਹਿਊਮਨ ਜੀਨੋਮ ਪ੍ਰੋਜੈਕਟ ਤਾਂ ਸਿਰਫ ਹਿਊਮਨ ਨਾਲ ਰਿਲੇਟਿਡ ਸੀ, ਸਾਇੰਟਿਸਟ ਨੂੰ ਲੱਗਿਆ ਕਿ ਕੁਝ ਹੋਰ ਨੋਨ ਹਿਊਮਨ ਆਰਗੇਨਿਜ਼ਮਸ ਨੇ, ਉਹਨਾਂ ਦਾ DNA, ਉਹਨਾਂ ਦੇ ਜੀਨੋਮ ਨੂੰ ਵੀ ਜਾਣਿਆ ਜਾਵੇ। ਔਰ ਉਹਦੇ ਵਿੱਚ ਈਕੋਲਾਈ ਦੀ ਸੀਕੁਐਂਸ ਪੂਰੀ ਤਰ੍ਹਾਂ ਪਤਾ ਕੀਤੀ ਗਈ। ਬਰੂਅਰ ਈਸਟ, ਸੈਕਰੋਮਾਈਸਿਸ ਸੈਰੀਵਿਜ਼ੀ ਜਿਹੜੀ ਕਿ ਬਰੂਇੰਗ ਇੰਡਸਟਰੀ, ਬ੍ਰੈਡ ਇੰਡਸਟਰੀ ਦੇ ਵਿੱਚ ਈਸਟ ਯੂਜ਼ ਹੁੰਦੀ ਹੈ, ਉਹਦੀ ਪੂਰੀ ਸੀਕੁਐਂਸ ਅੱਜ ਸਾਨੂੰ ਪਤਾ ਹੈ। ਡਰੋਸੋਫਿਲਾ ਮਿਲੈਨੋਗੈਸਟਰ 5th ਚੈਪਟਰ ਦੇ ਵਿੱਚ ਅਸੀਂ ਅੱਛੀ ਤਰ੍ਹਾਂ ਜਿਹੜਾ ਹੈ ਇਹਦੇ ਬਾਰੇ ਕਿ ਫਰੂਟ ਫਲਾਈ ਬਾਰੇ ਅਸੀਂ ਐਕਸਪੈਰੀਮੈਂਟਸ ਕੀਤੇ। ਮੋਰਗਨ ਨੇ ਕਾਫੀ ਸਾਰੇ ਲਾਜ਼ ਦਿੱਤੇ ਡਰੋਸੋਫਿਲਾ ਦੇ ਐਕਸਪੈਰੀਮੈਂਟ ਕਰਕੇ। ਔਰ ਆਈਜ਼ਾ ਸਟਾਈਵਾ ਰਾਈਸ ਦੀ ਇੱਕ ਵੈਰਾਈਟੀ ਹੈ। ਸੋ ਇਹਨਾਂ ਦੀ ਸੀਕੁਐਂਸ ਹੈ ਜਿਹੜੀ ਉਹ ਪਤਾ ਕੀਤੀ ਗਈ। ਔਰ ਇਹ ਆਰਗੇਨਿਜ਼ਮ ਦੇ DNA ਦੀ ਸੀਕੁਐਂਸ ਪਤਾ ਕਰਨ ਦਾ ਫਾਇਦਾ ਇਹ ਹੋਇਆ ਕਿ ਇਹਦੇ ਨਾਲ ਇਹਨਾਂ ਤੋਂ ਮਿਲਣ ਵਾਲੇ ਜਿਹੜੇ ਪ੍ਰੋਡਕਟ ਸੀ ਫॉर ਹਿਊਮਨ ਬੈਨੀਫਿਟ, ਉਹਨਾਂ ਦੇ ਵਿੱਚ ਵਾਧਾ ਹੋਇਆ। ਕਲੀਅਰ ਬੇਟੇ? ਸੋ ਹੁਣ ਅਸੀਂ ਗੱਲ ਕਰਦੇ ਹਾਂ ਐਪਲੀਕੇਸ਼ਨਸ ਐਂਡ ਫਿਊਚਰ ਚੈਲੰਜਸ ਆਫ HGP। ਕਿਹੜੀਆਂ ਇਹਦੀਆਂ ਐਡਵਾਂਟੇਜਸ ਨੇ, ਕੀ ਇਹਦੀਆਂ ਐਪਲੀਕੇਸ਼ਨਸ ਨੇ। ਸੋ ਸਭ ਤੋਂ ਪਹਿਲਾਂ ਐਪਲੀਕੇਸ਼ਨ ਤਾਂ ਡਿਸਆਰਡਰਸ ਦੀ ਹੈ। ਸਾਨੂੰ ਪਤਾ ਹੈ ਬੇਟੇ ਕਿ 1200 ਦੇ ਕਰੀਬ ਐਸੇ ਜੀਨਸ ਨੇ ਜਿਹੜੇ ਕਿ ਕਾਰਡੀਓਵੈਸਕੂਲਰ ਡਿਜ਼ੀਜ਼ਸ, ਐਂਡੋਕਰਾਈਨ ਡਿਜ਼ੀਜ਼, ਕੈਂਸਰ ਆਦਿ ਦੇ ਨਾਲ ਰਿਲੇਟਿਡ ਨੇ। ਉਹਨਾਂ ਜੀਨਸ ਕਰਕੇ ਇਹ ਪ੍ਰੋਬਲਮਸ ਹੋ ਸਕਦੀਆਂ ਨੇ। ਸੋ ਹੁਣ ਸਾਨੂੰ ਹਿਊਮਨ ਜੀਨੋਮ ਦੇ ਈਚ ਐਂਡ ਐਵਰੀ ਨਾਈਟ੍ਰੋਜਨ ਬੇਸ ਦਾ ਪਤਾ ਹੈ, ਨਿਊਕਲੀਓਟਾਈਡ ਸੀਕੁਐਂਸ ਦਾ ਪਤਾ ਹੈ, ਤਾਂ ਅਸੀਂ ਉਸ ਜੀਨ ਨੂੰ ਚੇਂਜ ਕਰ ਸਕਦੇ ਹਾਂ। ਜੀਨ ਥੈਰੇਪੀ ਦੇ ਨਾਲ ਟ੍ਰੀਟਮੈਂਟ ਹੋ ਸਕਦੀ ਹੈ ਕਿਉਂਕਿ ਸਾਨੂੰ ਸਾਰੀ ਸੀਕੁਐਂਸ ਦਾ ਪਤਾ ਹੈ ਕਿ ਕਿਹੜੇ ਜੀਨ ਕਰਕੇ ਕਿਉਂ ਪ੍ਰੋਬਲਮ ਹੋ ਰਹੀ ਹੈ। ਠੀਕ ਹੈ। ਇਸੇ ਤਰ੍ਹਾਂ ਬੇਟੇ ਕੈਂਸਰ ਜਿਹਦੀ ਅੱਜ ਤੱਕ ਕੋਈ ਇਲਾਜ ਨਹੀਂ ਲੱਭਿਆ ਜਾ ਰਿਹਾ, ਲੇਕਿਨ ਸਾਇੰਟਿਸਟ ਨੇ ਜਿਹੜੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਕੈਂਸਰ ਦਾ ਵੀ ਇਲਾਜ ਲੱਭਿਆ ਜਾ ਸਕੇ। ਜਿਹੜੇ ਔਂਕੋਜੀਨਸ ਨੇ ਜਿਹੜੇ ਕੈਂਸਰ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਰਿਵਰਟ ਕੀਤਾ ਜਾ ਸਕਦਾ ਹੈ ਤਾਂ ਕਿ ਜਿਹੜੇ ਕੈਂਸਰ ਸੈਲਸ ਨੇ ਉਹ ਨਾਰਮਲ ਸੈਲਸ ਦੇ ਵਿੱਚ ਕਨਵਰਟ ਹੋ ਜਾਣ। ਸੋ ਦਿਸ ਇਜ਼ ਆਲ ਅਬਾਊਟ ਹਿਊਮਨ ਜੀਨੋਮ ਪ੍ਰੋਜੈਕਟ। ਸੋ ਅਗਰ ਤੁਸੀਂ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਦੇਖਣੀ ਹੈ ਬੈਨੀਫਿਟਸ ਦੀ ਤਾਂ ਤੁਸੀਂ ਇਹ ਡਾਇਗਰਾਮ ਦੇ ਥਰੂ ਵੀ ਈਜ਼ੀਲੀ ਸਮਝ ਸਕਦੇ ਹੋ ਬੇਟੇ। ਬਾਇਓਟੈਕਨੋਲੋਜੀ ਦੇ ਵਿੱਚ HGP ਨੇ ਬਹੁਤ ਇੰਪੋਰਟੈਂਟ ਰੋਲ ਅਦਾ ਕੀਤਾ ਹੈ। ਬਾਇਓਟੈਕਨੋਲੋਜੀ ਚਾਹੇ ਐਗਰੀਕਲਚਰ ਦੇ ਵਿੱਚ ਹੋਏ, ਬਾਇਓਟੈਕਨੋਲੋਜੀ ਚਾਹੇ ਮੈਡੀਕਲ ਦੇ ਫੀਲਡ ਦੇ ਵਿੱਚ ਹੋਏ, ਮੈਡੀਸਨ ਫਾਰਮਾਸਿਊਟੀਕਲ ਕੰਪਨੀਜ਼ ਦੇ ਵਿੱਚ ਹੋਏ, ਮੈਡੀਸਨ ਦੇ ਵਿੱਚ ਡਾਇਗਨੋਸਿਸ ਆਫ ਡਿਜ਼ੀਜ਼, ਟ੍ਰੀਟਮੈਂਟ ਆਫ ਡਿਜ਼ੀਜ਼, ਬਾਇਓ ਇਨਫੋਰਮੈਟਿਕਸ ਇੱਕ ਨਵੀਂ ਬ੍ਰਾਂਚ ਜਿਹੜੀ ਆਈ ਹੀ HGP ਕਰਕੇ ਹੈ। ਸੋ ਇਹ ਸਾਰੇ ਐਡਵਾਂਟੇਜਸ ਨੇ ਜਿਹੜੇ ਸਾਨੂੰ ਹਿਊਮਨ ਜੀਨੋਮ ਪ੍ਰੋਜੈਕਟ ਤੋਂ ਹੋਏ ਨੇ। ਨਾਓ ਲੈਟਸ ਕਮ ਟੂ ਦਾ ਕੁਐਸਚਨ ਆਨਸਰ ਸੀਰੀਜ਼। ਬਟ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਹਿਊਮਨ ਜੀਨੋਮ ਪ੍ਰੋਜੈਕਟ। ਔਰ ਇਹਦੇ ਜਿਹੜੇ ਕੁਐਸਚਨਸ ਨੇ ਉਹ ਕਿਸ ਫਾਰਮ ਦੇ ਵਿੱਚ ਤੁਹਾਨੂੰ ਐਗਜ਼ਾਮ ਵਿੱਚ ਆ ਸਕਦੇ ਨੇ, ਜਾਂ ਤਾਂ ਕੁਐਸਚਨ ਆ ਸਕਦਾ ਰਾਈਟ ਅ ਨੋਟ ਔਨ HGP। ਸੋ ਜੋ ਵੀ ਹੁਣ ਮੈਂ ਤੁਹਾਨੂੰ ਕਰਵਾਇਆ ਹੈ ਤੁਹਾਨੂੰ ਸਾਰਾ ਹੀ ਉਹਦੇ ਵਿੱਚ ਲਿਖਣਾ ਪਏਗਾ, ਲੇਕਿਨ ਤੁਹਾਨੂੰ ਆਪਣਾ ਟਾਈਮ ਮੈਨੇਜਮੈਂਟ ਕਰਨੀ ਪਏਗੀ ਕਿ ਉਸ ਨੂੰ ਅਸੀਂ ਕਿਵੇਂ ਕੰਪਾਈਲ ਕਰਕੇ ਸ਼ਾਰਟ ਵੇ ਦੇ ਵਿੱਚ ਲਿਖ ਸਕਦੇ ਹਾਂ ਤਾਂ ਕਿ ਅਸੀਂ ਸਾਰਾ ਕੁਝ ਉਹਦੇ ਵਿੱਚ ਕਵਰ ਵੀ ਕਰ ਲਈਏ ਔਰ ਸਾਡਾ ਟਾਈਮ ਵੀ ਜਿਹੜਾ ਹੈ ਜ਼ਿਆਦਾ ਨਾ ਲੱਗੇ।
ਸੈਕੰਡ ਕੁਐਸਚਨ ਕਿਸ ਫਾਰਮ ਚ ਆ ਸਕਦਾ ਹੈ, ਵਾਈ HGP ਇਜ਼ ਕਾਲਡ ਅ ਮੈਗਾ ਪ੍ਰੋਜੈਕਟ, ਇਸ ਨੂੰ ਇੱਕ ਮੈਗਾ ਪ੍ਰੋਜੈਕਟ ਕਿਉਂ ਕਿਹਾ ਜਾਂਦਾ ਹੈ, ਇਹ ਵੀ ਅਸੀਂ ਡਿਸਕਸ ਕੀਤਾ। ਵਟ ਆਰ ਦ ਐਡਵਾਂਟੇਜਸ ਆਫ HGP, ਵਟ ਆਰ ਦ ਐਪਲੀਕੇਸ਼ਨਸ ਆਫ HGP, ਇਹ ਵੀ ਅਸੀਂ ਡਿਸਕਸ ਕੀਤਾ। ਸੋ ਬੇਟੇ ਇੱਥੇ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹਾਂਗੀ ਕਿ ਬੱਚੇ ਐਡਵਾਂਟੇਜਸ ਐਂਡ ਗੋਲਸ ਦੇ ਵਿੱਚ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ। ਸੋ ਹੁਣ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰਲੀ ਦੱਸਿਆ ਹੈ ਕਿ ਕੀ ਐਡਵਾਂਟੇਜਸ ਨੇ ਔਰ ਕੀ ਗੋਲਸ ਨੇ, ਸੋ ਤੁਸੀਂ ਈਜ਼ੀਲੀ ਡਿਫਰੈਂਸ਼ੀਏਟ ਕਰ ਸਕਦੇ ਹੋ। ਸੋ ਦਿਸ ਇਜ਼ all about today's topic, Human Genome Project. Thank you.